बहुत ही प्यारे बच्चों, मेरा नाम है सुखविंदर कौर, पंजाबी मिस्ट्रेस ਅਤੇ पंजाबी रिसोर्स परसन पटियाले तो। ਬੱਚਿਓ ਅੱਜ ਆਪਾਂ ਤੁਹਾਡੇ ਨਾਲ ਟੱਪੇ ਸਾਂਝੇ ਕਰਾਂਗੇ। ਟੱਪਾ ਇੱਕ ਅਕਹਿਰੀ ਤੁਕ ਵਾਲਾ ਲੋਕ ਗੀਤ ਹੈ। ਇਸ ਨੂੰ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ। ਇਹ ਗਿੱਧੇ ਦੀਆਂ ਬੋਲੀਆਂ ਦੀ ਇੱਕ ਵੰਨਗੀ ਹੈ। ਇਸ ਨੂੰ ਇੱਕ ਤੁਕੀ ਜਾਂ ਅਕਹਿਰੀ ਬੋਲੀ ਵੀ ਕਿਹਾ ਜਾਂਦਾ ਹੈ। ਸੋ ਜਿਹੜਾ ਪਹਿਲਾ ਟੱਪਾ ਏ ਉਹ ਹੈ ਕਿ ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਅਤੇ ਇਸ ਦੇ ਵਿੱਚ ਬੱਚਿਓ ਪਰਮਾਤਮਾ ਨੂੰ ਕਿਹਾ ਗਿਆ ਕਿ ਹੇ ਪਰਮਾਤਮਾ, ਮੈਨੂੰ ਤੇਰੇ ਬਾਰੇ ਇਹ ਖਬਰ ਰਤਾ ਵੀ ਨਹੀਂ ਕਿ ਤੂੰ ਕਿਹੜੇ ਰੰਗਾਂ ਵਿੱਚ ਖੇਡਦਾ ਹੈ। ਤੇਰਾ ਭਾਣਾ ਕੀ ਹੈ, ਇਹ ਤੈਨੂੰ ਹੀ ਚੰਗਾ ਲੱਗਦਾ ਏ, ਸਾਨੂੰ ਤੇਰੇ ਬਾਰੇ ਕੁਛ ਨਹੀਂ ਪਤਾ। ਠੀਕ ਹੈ ਨਾ, ਤੈਨੂੰ ਤੇਰੇ ਭਾਣੇ ਬਾਰੇ ਪਤਾ ਏ, ਜੋ ਤੈਨੂੰ ਚੰਗਾ ਲੱਗਦਾ ਏ ਉਹੀ ਹੁੰਦਾ ਏ। ਫਿਰ ਉਸ ਤੋਂ ਬਾਅਦ ਆ ਗਿਆ, ਤੇਰੇ ਦਿਲ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ 'ਤੇ। ਠੀਕ ਹੈ ਨਾ, ਇਸ ਦੇ ਵਿੱਚ ਇਨਸਾਨ ਨੂੰ ਕਿਹਾ ਗਿਆ ਕਿ ਹੇ ਮਨੁੱਖ, ਤੂੰ ਭਾਵੇਂ ਤੀਰਥਾਂ ਉੱਤੇ ਨਹਾਉਂਦਾ ਫਿਰ ਰਿਹਾ ਏ, ਪਰ ਤੇਰੇ ਦਿਲ ਦੀ ਜੋ ਮੈਲ ਹੈ ਉਹ ਨਹੀਂ ਜਾਂਦੀ। ਬਾਹਰੋਂ ਤਾਂ ਭਾਵੇਂ ਤੂੰ ਸਾਫ਼ ਸੁਥਰਾ ਹੋ ਜਾਂਦਾ, ਪਰ ਜੋ ਤੇਰੀ ਅੰਦਰ ਮੈਲ ਦੇ ਭੰਡਾਰ ਭਰੇ ਹੋਏ ਨੇ ਨਾ, ਉਹ ਤੇਰੇ ਨਹੀਂ ਲਹਿੰਦੇ। ਤੂੰ ਬੁਰੇ ਕੰਮ ਕਰਨੇ ਨਹੀਂ ਛੱਡਦਾ ਹੈਗਾ। ਠੀਕ ਹੈ ਨਾ, ਦਿਖਾਵੇ ਕਰਨ ਦਾ, ਜਿਵੇਂ ਆਪਣੇ ਸੰਤਾਂ ਮਹਾਤਮਾ ਨੇ ਕਿਹਾ ਹੁਣ ਤੱਕ, ਜਿੰਨੇ ਵੀ ਲੋਕ ਸੱਚੇ ਨੇ ਉਹ ਹਮੇਸ਼ਾ ਕਹਿੰਦੇ ਨੇ ਵੀ ਆਪਾਂ ਨੂੰ ਤੀਰਥ ਸਥਾਨਾਂ 'ਤੇ ਜਾ ਕੇ ਮੱਥੇ ਰਗੜਨ ਦੀ ਕੋਈ ਜ਼ਰੂਰਤ ਨਹੀਂ ਹੈ ਜਦੋਂ ਤੱਕ ਆਪਣੇ ਅੰਦਰ ਸਾਫ਼ ਨਹੀਂ ਹੈ। ਵੀ ਤੂੰ ਅੰਦਰ ਸਾਫ਼ ਕਰ, ਆਪਣੇ ਅੰਦਰ ਸਾਫ਼ ਕਰਨਾ ਮਤਲਬ ਕਿਸੇ ਪ੍ਰਤੀ ਕੋਈ ਮੈਲ ਆਪਣੇ ਅੰਦਰ ਨਾ ਰੱਖ, ਤੈਨੂੰ ਕਿਸੇ ਵੀ ਤੀਰਥ ਸਥਾਨ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਠੀਕ ਹੈ ਨਾ, ਇਸ ਦੇ ਵਿੱਚ ਵੀ ਬੰਦੇ ਨੂੰ ਕਿਹਾ ਗਿਆ ਕਿ ਹੇ ਬੰਦਿਆ, ਤੂੰ ਕਿੱਕਰਾਂ ਦੇ ਬੀਜ ਬੀਜ ਕੇ ਬਜੌਰ ਦੀਆਂ ਦਾਖਾਂ ਕਿੱਥੋਂ ਭਾਲ ਰਿਹਾ ਹੈ। ਤੈਨੂੰ ਕਿੱਕਰ ਬੀਜ ਕੇ ਬਜੌਰ ਦੀਆਂ ਦਾਖਾਂ ਨਹੀਂ ਪ੍ਰਾਪਤ ਹੋ ਸਕਦੀਆਂ। ਮਤਲਬ ਬਜੌਰ ਦੀਆਂ ਦਾਖਾਂ ਮੇਵੇ ਨੂੰ ਕਿਹਾ ਗਿਆ ਨਾ, ਅਤੇ ਵੀ ਬਜੌਰ ਦੇ ਜੋ ਮੇਵੇ ਨੇ, ਦਾਖਾਂ ਨੇ, ਉਹ ਬਹੁਤ ਸਵਾਦ ਹੁੰਦੀਆਂ ਨੇ। ਵੀ ਕਿੱਕਰਾਂ ਦੇ ਤੂੰ ਬੀਜ ਬੀਜਦਾ ਏ, ਮਤਲਬ ਮਾੜੇ ਕੰਮ ਤੂੰ ਕਰ ਰਿਹਾ, ਉਹਨਾਂ ਦਾ ਫਲ ਵੀ ਤੈਨੂੰ ਮਾੜਾ ਮਿਲਣਾ ਏ। ਵੀ ਇਹ ਨਹੀਂ ਹੋ ਸਕਦਾ ਵੀ ਤੂੰ ਮਾੜੇ ਕੰਮ ਕਰੇ ਤਾਂ ਉਹਨਾਂ ਦਾ ਫਲ ਤੈਨੂੰ ਚੰਗਾ ਮਿਲ ਜਾਏ। ਇਹ ਵੀ ਮਨੁੱਖ ਨੂੰ ਸਮਝਾਇਆ ਗਿਆ। ਠੀਕ ਹੈ ਨਾ, ਫਿਰ ਉਸ ਤੋਂ ਬਾਅਦ ਆ ਗਿਆ ਵੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਕੇ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਕੇ। ਇਸ ਟੱਪੇ ਦੇ ਵਿੱਚ ਵੀ ਬੱਚਿਓ ਮਨੁੱਖ ਨੂੰ ਸਮਝਾਇਆ ਗਿਆ ਵੀ ਰਿਸ਼ਤੇ ਉਹੀ ਹੁੰਦੇ ਨੇ ਜੋ ਹਮੇਸ਼ਾ ਮੌਕੇ 'ਤੇ ਕੰਮ ਆਉਂਦੇ ਨੇ। ਵੀ ਉਂਝ ਕੋਈ ਬੰਦਾ ਲੱਖ ਕਹੀ ਜਾਵੇ ਵੀ ਅਸੀਂ ਤੇਰੇ ਬਹੁਤ ਸਕੇ ਹਾਂ, ਬਹੁਤ ਸੰਬੰਧੀ ਹਾਂ, ਠੀਕ ਹੈ ਨਾ, ਵੀ ਤੂੰ ਸਾਡਾ ਖਾਸ ਆ, ਵੀ ਤੇਰੇ ਲਈ ਅਸੀਂ ਕੁਛ ਵੀ ਕਰ ਸਕਦੇ ਹਾਂ, ਪਰ ਜਦੋਂ ਮੌਕਾ ਪੈਂਦਾ ਹੈ ਨਾ, ਉਹ ਸਾਰੇ ਛੱਡ ਕੇ ਭੱਜ ਜਾਂਦੇ ਨੇ ਅਤੇ ਆਪਾਂ ਨੂੰ ਇਕੱਲੇ ਹੀ ਉੱਥੇ ਰਹਿ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੋ ਆਪਣੇ ਨੇ ਉਹ ਨਾਲ ਖੜ੍ਹਦੇ ਨੇ। ਠੀਕ ਹੈ ਨਾ, ਪਰ ਜੋ ਲੋਕ ਨਾਲ ਨਹੀਂ ਖੜ੍ਹਦੇ ਆਪਣੇ, ਉਹਨਾਂ ਲਈ ਇਹ ਵਰਤਿਆ ਜਾਂਦਾ ਹੈ। ਹਮੇਸ਼ਾ ਲੋਕ ਇੱਕ ਕਹਾਵਤ ਦੀ ਤਰ੍ਹਾਂ ਇਸ ਨੂੰ ਬੋਲ ਵੀ ਲੈਂਦੇ ਨੇ ਵੀ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਕੇ। ਫਿਰ ਉਸ ਤੋਂ ਬਾਅਦ ਆ ਗਿਆ, ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ, ਪਾਣੀ ਨਾਲੋਂ ਪੈ ਗਏ ਪਤਲੇ। ਠੀਕ ਹੈ, ਵੀ ਇਹ ਵੀ ਉਸ ਤਰ੍ਹਾਂ ਦੀ ਰਿਸ਼ਤੇ ਦੀ ਉਦਾਹਰਨ ਹੈ ਵੀ ਜੋ ਹਮੇਸ਼ਾ ਕਹਿੰਦੇ ਸੀ ਵੀ ਅਸੀਂ ਤੇਰੇ ਨਾਲ ਰਹਾਂਗੇ, ਦੁੱਧ ਬਣ ਕੇ ਰਹਾਂਗੇ, ਪੂਰੇ ਖਰੇ ਰਹਾਂਗੇ, ਵੀ ਪਾਣੀ ਦੇ ਨਾਲੋਂ ਵੀ ਉਹ ਪਤਲੇ ਪੈ ਗਏ। ਠੀਕ ਹੈ ਨਾ, ਕਿੱਦਾਂ ਪਾਣੀ ਦੇ ਨਾਲੋਂ ਪਤਲੇ ਪੈ ਗਏ। ਠੀਕ ਹੈ, ਵੀ ਮੌਕਾ ਪੈਣ 'ਤੇ ਵੀ ਤੇਰੇ ਕੰਮ ਨਹੀਂ ਆਏ। ਠੀਕ ਹੈ, ਦੁੱਧ ਅਤੇ ਪਾਣੀ ਨੂੰ ਅਲੱਗ-ਅਲੱਗ ਦੱਸਿਆ ਗਿਆ ਨਾ, ਵੀ ਦੁੱਧ ਵਾਂਗ ਸ਼ੁੱਧ ਰਹਾਂਗੇ, ਤੇਰੇ ਲਈ ਸਾਡੇ ਖਿਆਲ ਨੇ ਜੋ ਸ਼ੁੱਧ ਨੇ, ਵੀ ਹੁਣ ਉਹ ਮੌਕਾ ਪੈਣ 'ਤੇ ਪਾਣੀ ਦੇ ਨਾਲੋਂ ਵੀ ਪਤਲੇ ਪੈ ਗਏ, ਮਤਲਬ ਬਿਲਕੁਲ ਕੰਮ ਨਹੀਂ ਆਏ। ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ। ਵੀ ਗੋਰਾ ਰੰਗ ਭਾਵੇਂ ਕੋਈ ਜਿੰਨਾ ਵੀ ਲਈ ਫਿਰਦਾ ਹੋਵੇ, ਵੀ ਉਹਨੂੰ ਕੋਈ ਨਹੀਂ ਪੁੱਛਦਾ, ਵੀ ਮੁੱਲ ਕਿਹਦੇ ਪੈਂਦੇ ਨੇ ਇੱਥੇ, ਅਕਲਾਂ ਦੇ ਮੁੱਲ ਪੈਂਦੇ ਹਨ। ਵੀ ਜਿਵੇਂ ਅਕਸਰ ਕਿਹਾ ਜਾਂਦਾ ਬੱਚੋ, ਵੀ ਚਾਹੇ ਕੋਈ ਇਨਸਾਨ ਜਿੰਨਾ ਵੀ ਸੋਹਣਾ ਏ, ਇੱਕ ਵਾਰੀ ਤਾਂ ਆਪਾਂ ਦੇਖਣ ਨੂੰ ਬੜਾ ਪਿਆਰਾ ਲੱਗਦਾ ਏ, ਸੁੰਦਰ ਲੱਗਦਾ ਏ, ਪਰ ਜਦੋਂ ਉਸ ਇਨਸਾਨ ਨਾਲ ਆਪਣਾ ਵਾਹ ਪੈਂਦਾ ਏ ਨਾ, ਉਹ ਇਨਸਾਨ ਆਪਾਂ ਨੂੰ ਸੁੰਦਰ ਲੱਗਣੋਂ ਹਟ ਜਾਂਦਾ, ਜਿਹਦੇ ਅੰਦਰ ਕੋਈ ਗੁਣ ਨਹੀਂ ਹੁੰਦੇ।
क्योंकि सुंदरता एक वारी आपां देखदे हुंदे आ ते जो सुहप्पण अंदरला हुंदा है उसनूं वार-वार आपां देखदे आ। ठीक है ना, इस करके आपां कहने आ भी बड़ियां सारियां उदाहरणां ने, जिवें कम प्यारा चम प्यारा नी। ठीक है ना, भी अंदरों सोहਣਾ होना चाहिदा बंदा, बाहरों सोहਣਾ होना ना होना कोई वड्डी गल नहीं हुंदी। इस तर੍ਹਾਂ ਇਹਨਾਂ ਨੇ ਵੀ ਕਿਹਾ। ठीक है ना, गोरे रंग नूं कोई ना पुछदा मुੱਲ पैंदे अकलां दे। ठीक है, उस तो बाद आ गया भी उत्थे अमलां दे होणगे नबेड़े, जात किसे पुछणी नहीं। भी रब दी दरगाह ते हे बंदिया जदों तू जाएगा ना, भी उत्थे तेरे लेखे ने जिहड़े किते काम ने ਉਹੀ ਤੇਰੇ ਸਾਹਮਣੇ ਆਉਣਗੇ। ਵੀ ਕਿਸੇ ਨੇ ਤੇਰੀ ਜਾਤ ਨਹੀਂ ਪੁੱਛਣੀ, ਚਾਹੇ ਤੂੰ ਇੱਥੇ ਜਿੰਨਾ ਮਰਜ਼ੀ ਜਾਤ ਦਾ ਹੰਕਾਰ ਕਰਦਾ ਏ ਵੀ ਮੈਂ ਤਾਂ ਬਹੁਤ ਵਧੀਆ ਜੀ। ਠੀਕ ਹੈ ਨਾ, ਪਰ ਉੱਥੇ ਜੋ ਵੀ ਚੰਗੇ ਕੰਮ ਨੇ ਉਹਨਾਂ ਦੇ ਹੀ ਲੇਖੇ ਹੋਣਗੇ। ਠੀਕ ਹੈ, ਸਿਆਣੇ ਅਕਸਰ ਸਮਝਾਉਂਦੇ ਹੋਏ ਪਹਿਲਾਂ ਕਹਿ ਦਿੰਦੇ ਸਨ ਅਤੇ ਵੀ ਇਸ ਕਰਕੇ ਆਪਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ, ਕਿਉਂਕਿ ਰੱਬ ਨੂੰ ਆਪਾਂ ਜਵਾਬ ਦੇਣਾ ਹੈ ਜਾ ਕੇ। ਠੀਕ ਹੈ, ਵੀ ਉੱਥੇ ਕਾਹਦੇ ਅਮਲਾਂ ਦੇ ਨਿਬੇੜੇ ਹੁੰਦੇ ਨੇ, ਚੰਗੇ ਕਰਮਾਂ ਦੇ ਨਿਬੇੜੇ ਹੁੰਦੇ ਨੇ, ਨਾ ਕਿ ਜਾਤ ਪਾਤ ਦੇ। ਠੀਕ ਹੈ, ਉਹ ਸਭ ਕੁਛ ਇੱਥੇ ਸੰਸਾਰ ਦੇ ਵਿੱਚ ਹੀ ਰਹਿੰਦਾ ਹੈ। ਫਿਰ ਉਸ ਤੋਂ ਬਾਅਦ ਆ ਗਿਆ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਇਸ ਨੂੰ ਵੀ ਉੱਦਾਂ ਹੀ ਬੱਚੋ ਜਿਸ ਤਰ੍ਹਾਂ ਉਹ ਆਪਾਂ ਨੂੰ ਸਮਝਾਉਂਦੇ ਸਨ ਟੱਪੇ, ਉੱਦਾਂ ਹੀ ਗਾਇਆ ਜਾਂਦਾ। ਤੇਰੇ ਪੋਤੇ ਨੂੰ ਗਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਤੇਰੇ ਪੋਤੇ ਨੂੰ ਗਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਜਦੋਂ ਬੱਚਿਓ ਇਹ ਟੱਪੇ ਅਕਸਰ ਜਿਵੇਂ ਤੀਆਂ ਲੱਗਦੀਆਂ ਸਨ, ਹੁਣ ਤਾਂ ਤੀਆਂ ਦਾ ਜੋ ਪ੍ਰਭਾਵ ਹੈ ਬਹੁਤ ਘੱਟ ਗਿਆ। ਤਾਂ ਗਿੱਧਾ ਜਦੋਂ ਲਗਾਤਾਰ ਪੂਰਾ ਆਪਣੇ ਉਚਾਅ 'ਤੇ ਹੁੰਦਾ ਸੀ, ਜਦੋਂ ਲੜਕੀਆਂ ਥੱਕ ਜਾਂਦੀਆਂ ਸਨ, ਮਤਲਬ ਗਿੱਧੇ ਦੀ ਚਾਲ ਮੱਧਮ ਪੈ ਜਾਂਦੀ ਸੀ, ਤਾਂ ਉਹ ਖੜੀਆਂ ਖੜੀਆਂ ਇਸ ਤਰ੍ਹਾਂ ਟੱਪੇ ਗਾਉਣਾ ਸ਼ੁਰੂ ਕਰ ਦਿੰਦੀਆਂ। ਤਾਂ ਕੁਝ ਕੁੜੀਆਂ ਨੱਚਦੀਆਂ ਵੀ ਸਨ। ਠੀਕ ਹੈ ਨਾ, ਪਰ ਉਹ ਖੜ੍ਹ ਕੇ ਜ਼ਿਆਦਾਤਰ ਇਹਨਾਂ ਨੂੰ ਬੋਲਦੀਆਂ ਸਨ। ਅਤੇ ਨੱਚਣ ਦੀ ਜੋ ਮੁਦਰਾ ਹੈ ਬੱਚੋ ਇਹਦੇ ਵਿੱਚ ਬਹੁਤ ਹੌਲੀ ਹੌਲੀ ਰੱਖੀ ਜਾਂਦੀ ਸੀ, ਅਤੇ ਕਈ ਥਾਵੇਂ ਤਾਂ ਨੱਚਿਆ ਨਹੀਂ ਸੀ ਜਾਂਦਾ, ਉੱਥੇ ਖੜ੍ਹ ਕੇ ਇਹਨਾਂ ਨੂੰ ਗਾਇਆ ਜਾਂਦਾ ਸੀ। ਬਹੁਤ ਸੋਹਣੇ ਇੱਕੋ ਲੈਅ ਦੇ ਵਿੱਚ ਗਾਏ ਜਾਂਦੇ ਸੀ। ਅਗਰ ਵੀਰ ਦੇ ਟੱਪੇ ਸ਼ੁਰੂ ਹੋ ਜਾਂਦੇ ਸਨ ਤਾਂ ਕਿੰਨੇ ਕਿੰਨੇ ਟੱਪੇ ਵੀਰ ਦੇ ਸ਼ੁਰੂ ਹੁੰਦੇ ਸਨ। ਜਿਵੇਂ ਪਹਿਲਾਂ ਸਮਝਾਉਣ ਦੇ ਚੱਲ ਰਹੇ ਸੀਗੇ ਹੈ ਨਾ, ਸੱਚਾਈਆਂ ਦੇ, ਮਨੁੱਖ ਨੂੰ ਸਮਝਾਉਣ ਦੇ, ਉੱਦਾਂ ਦੇ ਟੱਪੇ ਕਿੰਨੀ ਝੜੀ ਲੱਗ ਜਾਂਦੀ ਸੀ, ਉਹ ਗਾਉਂਦੀਆਂ ਸਨ। ਸੋ ਵਿਰਾਸਤ ਨੂੰ ਆਪਾਂ ਹੀ ਸਾਂਭਣਾ ਹੈ, ਹੁਣ ਹੋਰ ਕਿਸੇ ਨੇ ਨਹੀਂ ਬੱਚੋ ਸਾਂਭਣਾ। ਠੀਕ ਹੈ, ਤਾਂ ਫਿਰ ਇਸ ਦੇ ਵਿੱਚ ਕਿਹਾ ਵੀ ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਵੀ ਇੱਕ ਭੈਣ ਜੋ ਵਿਆਹੀ ਗਈ ਹੈ, ਜਦੋਂ ਉਸ ਦਾ ਭਰਾ ਉਸ ਨੂੰ ਮਿਲਣ ਜਾਂਦਾ ਹੈ ਬੋਤੇ 'ਤੇ, ਕਿਉਂਕਿ ਪਹਿਲਾਂ ਬੱਚੋ ਦੂਸਰੇ ਵਹੀਕਲ ਤਾਂ ਹੁੰਦੇ ਨਹੀਂ ਸਨ, ਅਤੇ ਲੋਕ ਘੋੜਿਆਂ ਦੇ ਉੱਪਰ, ਬੋਤਿਆਂ ਦੇ ਉੱਪਰ ਜਾਂਦੇ ਸਨ। ਵੀ ਜਿਹੜਾ ਤੇਰਾ ਤੂੰ ਅਮੀਰ ਆ, ਬੋਤਾ ਵੀ ਰੱਖਣਾ ਇੱਕ ਤਰ੍ਹਾਂ ਨਾਲ ਬੱਚੋ ਅਮੀਰੀ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਉਦੋਂ। ਵੀ ਤੇਰੇ ਬੋਤੇ ਨੂੰ ਮੈਂ ਗੁਆਰੇ ਦੀਆਂ ਫਲੀਆਂ ਖਵਾਉਣੀਆਂ ਹੈ ਨਾ, ਗੁਆਰਾ ਸਬਜ਼ੀ ਹੁੰਦੀ ਹੈ ਨਾ, ਵੀ ਇੰਨੀ ਮੈਂ ਦੇਖ ਰੇਖ ਕਰਾਂਗੀ, ਅਤੇ ਤੈਨੂੰ ਵੀਰਾ ਦੁੱਧ ਦਾ ਛੰਨਾ। ਵੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇਰੇ ਆਉਣ ਦੀ, ਅਤੇ ਤੈਨੂੰ ਦੁੱਧ ਦਾ ਛੰਨਾ ਭਰ ਕੇ ਦੇਵਾਂਗੀ, ਮੈਨੂੰ ਵੀ ਤੇਰੇ ਬੋਤੇ ਨੂੰ ਵੀ ਗੁਆਰੇ ਦੀਆਂ ਫਲੀਆਂ। ਫਿਰ ਉਸ ਤੋਂ ਬਾਅਦ ਆ ਗਿਆ ਬੱਚਿਓ ਉੱਚਾ ਹੋ ਗਿਆ ਅੰਬਰ ਦਾ ਰਾਜਾ, ਰੋਈਆਂ 'ਚ ਹਾੜ ਬੋਲਿਆ। ਠੀਕ ਹੈ ਨਾ, ਤਾਂ ਇਹਦੇ ਵਿੱਚ ਅੰਬਰ ਦਾ ਰਾਜਾ ਕਿਸ ਨੂੰ ਕਿਹਾ ਗਿਆ? ਇੱਥੇ ਇੰਦਰ ਨੂੰ ਕਿਹਾ ਗਿਆ। ਇੰਦਰ ਮਤਲਬ ਮੀਂਹ ਦੇ ਰਾਜੇ ਨੂੰ ਕਿਹਾ ਗਿਆ। ਜਿਵੇਂ ਇਹਨਾਂ ਨੇ ਕਿਹਾ ਕਿ ਅੰਬਰ ਦਾ ਰਾਜਾ ਬੱਦਲ ਕਿਤੇ ਉੱਚਾ ਚਲਾ ਗਿਆ, ਇਸੇ ਕਰਕੇ ਰੋਈਆਂ ਵਿੱਚ ਅਣਿਆਈ ਮੌਤੇ ਮਰੇ ਬੰਦੇ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਉੱਥੇ ਸੋਕਾ ਪੈਣ ਨਾਲ ਕੁਝ ਵੀ ਪੈਦਾ ਨਹੀਂ ਹੋਇਆ। ਰੋਈਆਂ ਬੀਆਬਾਨ ਹੋ ਗਈ, ਇੱਥੇ ਬੰਜਰ ਭੂਮੀ ਹੋ ਗਈ। ਠੀਕ ਹੈ, ਉਸ ਤੋਂ ਬਾਅਦ ਗਿੱਧਿਆਂ 'ਚ ਨੱਚਦੀ ਦਾ ਤੇਰਾ ਦੇਵੇ ਰੂਪ ਦੁਹਾਈਆਂ। ਵੀ ਕੁੜੀ ਇੰਨੀ ਸੁੰਦਰ ਲੱਗ ਰਹੀ ਹੈ। ਠੀਕ ਹੈ ਨਾ, ਇਹ ਕੀ ਕਿਹਾ ਗਿਆ ਵੀ ਜੋ ਗਿੱਧੇ ਦੇ ਵਿੱਚ ਕੁੜੀ ਨੱਚਦੀ ਹੈ, ਉਹ ਵੀ ਹੇ ਗਿੱਧਿਆਂ ਵਿੱਚ ਨੱਚਦੀ ਕੁੜੀਏ, ਤੇਰਾ ਰੂਪ ਦੁਹਾਈਆਂ ਪਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਦੁਹਾਈਆਂ ਪਾਉਣਾ ਕੀ ਹੁੰਦਾ ਬੱਚੋ? ਜਦੋਂ ਕੋਈ ਉੱਚੀ ਉੱਚੀ ਬੋਲਦਾ ਹੁੰਦਾ, ਆਪਾਂ ਨੂੰ ਪਤਾ ਲੱਗਦਾ ਵੀ ਉਹ ਲੜਕੀ ਨਹੀਂ ਬੋਲ ਰਹੀ, ਪਰ ਜਿਹੜਾ ਉਹਦਾ ਰੂਪ ਹੁੰਦਾ ਹੈ ਉਹ ਦੁਹਾਈਆਂ ਪਾ ਰਿਹਾ ਹੁੰਦਾ, ਅਤੇ ਗਿੱਧਿਆਂ ਦੇ ਵਿੱਚ ਨੱਚਦੀ ਉਹ ਬਹੁਤ ਸੁੰਦਰ ਲੱਗਦੀ ਹੈ। ਭਾਵੇਂ ਦਈ ਨਾ ਦਾਜ ਵਿੱਚ ਗਹਿਣੇ, ਵਿੱਦਿਆ ਪੜ੍ਹਾ ਦੇ ਬਾਬਲਾ। ਇਹ ਇੱਕ ਤਰ੍ਹਾਂ ਨਾਲ ਬੋਲੀ ਵੀ ਬਣ ਗਈ ਹੈ, ਕੁੜੀਆਂ ਗਾਉਂਦੀਆਂ ਹੁੰਦੀਆਂ ਨੇ ਨਾ, ਜਿਵੇਂ ਭਾਵੇਂ ਦਈ ਨਾ ਦਾਜ ਵਿੱਚ ਗਹਿਣੇ, ਵਿੱਦਿਆ ਪੜ੍ਹਾ ਦੇ ਬਾਬਲਾ। ਭਾਵੇਂ ਦਈ ਨਾ ਦਾਜ ਵਿੱਚ ਗਹਿਣੇ, ਵਿੱਦਿਆ ਪੜ੍ਹਾ ਦੇ ਬਾਬਲਾ।
ਤਾਂ ਇੱਕ ਲੜਕੀ ਕਹਿੰਦੀ ਹੈ ਵੀ ਮੈਨੂੰ ਲਾਲਚ ਨਹੀਂ ਕਿਸੇ ਵੀ ਚੀਜ਼ ਦਾ, ਠੀਕ ਹੈ ਨਾ। ਜੋ ਅੱਜ ਕੱਲ੍ਹ ਵਾਲੀ ਕੁੜੀ ਉਹ ਕਹਿੰਦੀ ਹੈ ਕਿ ਉਸਦੇ ਵਿਆਹ ਸਮੇਂ ਬੇਸ਼ੱਕ ਦਾਜ ਵਿੱਚ ਗਹਿਣੇ ਨਾ ਦੇਵੇ, ਪਰੰਤੂ ਉਹ ਵਿਆਹ ਤੋਂ ਪਹਿਲਾਂ ਉਸ ਨੂੰ ਵਿੱਦਿਆ ਜ਼ਰੂਰ ਪੜ੍ਹਾ ਦੇਵੇ। ਗਹਿਣੇ ਤਾਂ ਬੇਜਾਨ ਨੇ, ਪਰ ਜੋ ਵਿੱਦਿਆ ਹੈ ਉਹ ਹਮੇਸ਼ਾ ਕੁੜੀ ਦੇ ਨਾਲ ਹੀ ਚੱਲੇਗੀ, ਠੀਕ ਹੈ ਨਾ। ਉਸ ਤੋਂ ਬਾਅਦ ਆ ਗਿਆ ਦੁੱਧ ਰਿੜ ਕੇ ਝਾਂਜਰਾਂ ਵਾਲੀ, ਕੈਂਠੇ ਵਾਲਾ ਧਾਰ ਕੱਢਦਾ। ਇਸ ਦੇ ਵਿੱਚ ਇੱਕ ਜੋ ਲੜਕੀ ਹੈ, ਮੁਟਿਆਰ ਹੈ, ਅਤੇ ਇੱਕ ਗੱਭਰੂ, ਦੋਨਾਂ ਦੀ ਉਸਤਤ ਕੀਤੀ ਗਈ ਹੈ, ਠੀਕ ਹੈ ਨਾ। ਵੀ ਦੁੱਧ ਰਿੜ ਕੇ ਝਾਂਜਰਾਂ ਵਾਲੀ, ਵੀ ਜੋ ਝਾਂਜਰਾਂ ਵਾਲੀ ਹੈ ਇੱਕ ਮੁਟਿਆਰ ਆ, ਉਹ ਦੁੱਧ ਰਿੜਕ ਰਹੀ ਹੈ, ਅਤੇ ਉਸਦਾ ਕੈਂਠੇ ਵਾਲਾ ਗੱਭਰੂ, ਕੈਂਠਾ ਗਲ ਦਾ ਗਹਿਣਾ ਹੁੰਦਾ ਨਾ ਬੱਚੋ, ਮੁੰਡਿਆਂ ਦੇ ਪਾਇਆ ਜਾਂਦਾ, ਉਹ ਕੀ ਕਰਦਾ, ਧਾਰ ਕੱਢਦਾ, ਠੀਕ ਹੈ। ਅਤੇ ਦੁੱਧ ਨੂੰ ਵੀ ਪਵਿੱਤਰਤਾ ਦੀ ਨਿਸ਼ਾਨੀ ਮੰਨਿਆ ਜਾਂਦਾ, ਇਸ ਕਰਕੇ ਦੁੱਧ ਦੀ ਗੱਲ ਕੀਤੀ ਜਾਂਦੀ ਹੈ ਵਾਰ-ਵਾਰ ਪਵਿੱਤਰ ਚੀਜ਼ਾਂ ਲਈ। ਸੋ ਇੱਥੇ ਵੀ ਗੱਲ ਕੀਤੀ ਗਈ ਹੈ। ਅੱਗੇ ਆ ਗਿਆ ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ। ਚਰਖਾ ਜਦੋਂ ਬੋਲਦਾ ਨਾ ਬੱਚੇ, ਉਹਦੇ ਵਿੱਚ ਇੱਕ ਮਿੱਠੀ ਜਿਹੀ ਆਵਾਜ਼ ਸੁਣਾਈ ਦਿੰਦੀ ਹੈ ਆਪਾਂ ਨੂੰ, ਜਿਸ ਨੂੰ ਘੂਕ ਕਿਹਾ ਜਾਂਦਾ ਹੈ। ਚਰਖੇ ਦੀ ਘੂਕ, ਉਹ 'ਚੋਂ ਅਲੱਗ ਜਿਹੀ ਆਵਾਜ਼ ਨੂੰ ਕੀ ਕਿਹਾ ਜਾਂਦਾ, ਘੂਕ ਕਿਹਾ ਜਾਂਦਾ ਹੈ। ਵੀ ਚਰਖਾ ਬੋਲ ਰਿਹਾ ਸੀ, ਉਸਦੀ ਘੂਕ ਨੂੰ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ, ਠੀਕ ਹੈ ਨਾ। ਜੋ ਜੋਗੀ ਸਾਰਾ ਕੁਝ ਛੱਡ ਕੇ ਜਾ ਚੁੱਕਾ ਸੀ, ਦੁਨੀਆਦਾਰੀ ਦੇ ਜਿੰਨੇ ਵੀ ਰਿਸ਼ਤੇ ਨਾਤੇ ਸੀ ਉਹਨਾਂ ਨੂੰ ਛੱਡ ਗਿਆ ਸੀ, ਪਰ ਮੁਟਿਆਰ ਕੁੜੀ ਦੇ ਜੋ ਚਰਖੇ ਦੀ ਘੂਕ ਦੀ ਆਵਾਜ਼ ਨੂੰ ਸੁਣ ਕੇ ਜੋਗੀ ਪਹਾੜ ਤੋਂ ਉਤਰ ਕੇ ਹੇਠਾਂ ਆ ਗਿਆ, ਅਰਥਾਤ ਉਸਦਾ ਜਤ ਸਤ ਵੀ ਡੋਲ ਗਿਆ। ਉਸ ਤੋਂ ਬਾਅਦ ਆ ਗਿਆ ਬੱਚੋ ਭੈਣਾ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬੈਜੀ ਵੀਰ ਨਾ। ਕੁੜੀਆਂ ਇਸ ਨੂੰ ਇਸ ਤਰ੍ਹਾਂ ਗਾਉਂਦੀਆਂ ਨੇ, ਭੈਣਾ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬੈਜੀ ਵੀਰ ਨਾ। ਭੈਣਾ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬੈਜੀ ਵੀਰ ਨਾ। ਸੋ ਇਸ ਦੇ ਵਿੱਚ ਕਿਹਾ ਗਿਆ ਜੋ ਵੀ ਭੈਣਾਂ ਨੇ ਉਹਨਾਂ ਵਰਗਾ ਸਾਕ ਕੋਈ ਨਹੀਂ ਹੈ। ਸਾਕ ਦਾ ਮਤਲਬ ਕੀ ਹੁੰਦਾ ਬੱਚਿਓ, ਰਿਸ਼ਤੇਦਾਰੀ। ਵੀ ਟੁੱਟ ਕੇ ਨਾ ਬੈਜੀ ਵੀਰ ਨਾ, ਵੀ ਹੇ ਮੇਰੇ ਸੋਹਣੇ ਵੀਰ, ਠੀਕ ਹੈ ਨਾ। ਜੋ ਭੈਣਾਂ ਨੇ ਉਹ ਹਮੇਸ਼ਾ ਇੱਕ ਚੰਗਾ ਸਾਥ ਦੇਣ ਵਾਲੀਆਂ, ਇੱਕ ਚੰਗੇ ਸਾਕ ਦੇ ਵਿੱਚ ਆਉਂਦੀਆਂ ਨੇ, ਠੀਕ ਹੈ ਨਾ। ਤੂੰ ਇਹਨਾਂ ਤੋਂ ਕਦੇ ਵੀ ਟੁੱਟ ਕੇ ਨਾ ਬਹਿ ਜੀ। ਜਿਵੇਂ ਵਿਆਹ ਤੋਂ ਬਾਅਦ ਭਰਾ ਕਈ ਭੈਣਾਂ ਨਾਲ ਬੋਲਣਾ ਛੱਡ ਦਿੰਦੇ ਨੇ ਨਾ, ਇਸ ਕਰਕੇ ਭੈਣਾਂ ਫਰਿਆਦ ਕਰਦੀਆਂ ਨੇ ਵੀ ਤੂੰ ਟੁੱਟ ਕੇ ਨਾ ਬਹਿ ਜੀ, ਠੀਕ ਹੈ ਨਾ। ਤਾਂ ਫਿਰ ਉਸ ਤੋਂ ਬਾਅਦ ਆ ਗਿਆ ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ। ਇਹ ਵੀਰਿਆਂ ਦੀ ਉਸਤਤ ਕੀਤੀ ਜਾਂਦੀ ਹੈ ਇਸ ਦੇ ਵਿੱਚ, ਵੀ ਜਿਹੜਾ ਮੇਰਾ ਭਰਾ ਹੈ ਉਹ ਗੱਭਰੂ ਜਵਾਨ ਹੈ, ਉਸਦੇ ਹੱਥ ਦੇ ਵਿੱਚ ਕਾਲੀ ਡਾਂਗ ਫੜੀ ਹੁੰਦੀ ਹੈ, ਠੀਕ ਹੈ ਨਾ। ਵੀ ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ, ਵੀ ਇੰਨਾ ਉਹਦੇ ਵਿੱਚ ਕੀ ਹੈ, ਜੋਸ਼ ਹੈ, ਠੀਕ ਹੈ ਨਾ। ਵੀ ਜਿੱਥੇ ਵੱਜਦੀ ਆ ਉਹ ਬੱਦਲ ਦੇ ਤਰ੍ਹਾਂ ਕੜਕਦੀ ਹੈ, ਗੱਜਦੀ ਹੈ ਮਤਲਬ, ਠੀਕ ਹੈ ਨਾ। ਅਤੇ ਕਿਉਂਕਿ ਮੇਰੇ ਵੀਰੇ ਦਾ ਪੂਰੇ ਇਲਾਕੇ ਦੇ ਵਿੱਚ ਕੀ ਆ, ਦਬਦਬਾ ਏ, ਠੀਕ ਹੈ ਨਾ। ਇਹ ਦਬਦਬੇ ਦੀ ਗੱਲ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਆ ਗਿਆ ਬੱਚੋ ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ, ਠੀਕ ਹੈ ਨਾ। ਧਨੀਏ ਦੇ ਬੂਟੇ 'ਚੋਂ ਵਾਸ਼ਨਾ ਆਉਂਦੀ ਹੈ ਨਾ ਬੱਚਿਓ, ਖੁਸ਼ਬੂ ਆਉਂਦੀ ਹੈ। ਆਪਾਂ ਸਬਜ਼ੀਆਂ ਦੇ ਵਿੱਚ ਇਸ ਨੂੰ ਪਾਉਂਦੇ ਹਾਂ, ਦਾਲਾਂ ਦੇ ਵਿੱਚ ਪਾਉਂਦੇ ਹਾਂ। ਵੀ ਮੇਰਾ ਵੀਰ ਜਿਹੜਾ ਬਹੁਤ ਸੋਹਣਾ ਹੈ, ਬਹੁਤ ਸੁੰਦਰ ਆ, ਉਹਦੇ ਵਿੱਚੋਂ ਵਾਸ਼ਨਾ ਆਉਂਦੀ ਹੈ, ਅਤੇ ਧਨੀਏ ਦੇ ਬੂਟੇ ਦੀ ਤਰ੍ਹਾਂ ਹੈ ਨਾ, ਬਹੁਤ ਖੁਸ਼ਬੂ ਆਉਂਦੀ ਹੈ ਮੇਰੇ ਵੀਰੇ 'ਚੋਂ, ਠੀਕ ਹੈ। ਮੇਰਾ ਵੀਰ ਅਰਥਾਤ ਮੈਨੂੰ ਬਹੁਤ ਹਰਮਨ ਪਿਆਰਾ ਹੈ। ਮਾਵਾਂ ਨੂੰ ਪੁੱਤ ਐਂ ਮਿਲਦੇ ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ, ਅਤੇ ਜੋ ਮਾਵਾਂ ਨੇ ਉਹਨਾਂ ਨੂੰ ਆਪਣੇ ਪੁੱਤਰ ਬਹੁਤ ਪਿਆਰੇ ਹੁੰਦੇ ਨੇ, ਬਹੁਤ ਪਿਆਰੇ ਹੁੰਦੇ ਨੇ। ਜਿਸ ਤਰ੍ਹਾਂ ਜੋ ਵੇਲਾਂ ਨੇ, ਪੌਦੇ ਨੇ, ਉਹ ਪਾਣੀ ਤੋਂ ਬਿਨਾਂ ਸੁੱਕ ਜਾਂਦੇ ਨੇ ਨਾ, ਉਸ ਤਰ੍ਹਾਂ ਮਾਵਾਂ ਹੁੰਦੀਆਂ ਨੇ ਆਪਣੇ ਪੁੱਤਰਾਂ ਦੇ ਵਿਛੋੜੇ ਨਾਲ ਸੁੱਕ ਜਾਂਦੀਆਂ ਨੇ, ਪਰ ਜਦੋਂ ਪੁੱਤਰ ਉਹਨਾਂ ਨੂੰ ਮਿਲਦੇ ਨੇ ਤਾਂ ਉਹ ਦੁਬਾਰਾ ਖੁਸ਼ ਹੋ ਜਾਂਦੀਆਂ ਹਨ, ਟਹਿਕ ਪੈਂਦੀਆਂ ਹਨ, ਜਿਵੇਂ ਵੇਲਾਂ ਪਾਣੀ ਪੈਣ ਤੋਂ ਬਾਅਦ ਦੁਬਾਰਾ ਖੁਸ਼ਹਾਲੀ ਦੇ ਵਿੱਚ ਆ ਜਾਂਦੀਆਂ ਹਨ। ਫਿਰ ਉਸ ਤੋਂ ਬਾਅਦ ਹੈ ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। ਜਿਸ ਤਰ੍ਹਾਂ ਟੱਪਿਆਂ ਦੇ ਵਿੱਚ ਬੱਚੋ ਹਰ ਕਿਸੇ ਰਿਸ਼ਤੇ ਦੀ ਗੱਲ ਆਉਂਦੀ ਹੈ, ਪਹਿਲਾਂ ਆਪਾਂ ਭਰਾ ਦੀ ਗੱਲ ਕੀਤੀ ਗਈ ਸੀ,
ਤੇ ਇਸ ਤਰ੍ਹਾਂ ਭਤੀਜਿਆਂ ਦੇ ਵੀ ਕਾਫੀ ਟੱਪੇ ਨੇ, ਹਰ ਰਿਸ਼ਤੇ ਦੇ ਟੱਪੇ ਨੇ ਬੱਚੋ। ਤੇ ਬਹੁਤ ਅਮੀਰ ਵਿਰਸਾ ਹੈ ਬੱਚੋ, ਬਹੁਤ ਜ਼ਿਆਦਾ। ਤਾਂ ਵੀ ਉਹ ਕਹਿੰਦੀ ਹੈ ਇੱਕ ਜੋ ਲੜਕੀ ਹੁੰਦੀ ਹੈ, ਕਿਉਂਕਿ ਦੇਖੋ ਇੱਕ ਕੁੜੀ ਨੂੰ ਆਪਣਾ ਪੇਕਾ ਪਰਿਵਾਰ ਸਾਰੀ ਜ਼ਿੰਦਗੀ ਪਿਆਰਾ ਰਹਿੰਦਾ ਹੈ ਨਾ, ਸਾਰੀ ਜ਼ਿੰਦਗੀ ਉਹਦਾ ਜੋ ਮੋਹ ਹੁੰਦਾ ਹਮੇਸ਼ਾ ਆਪਣੀ ਜਨਮ ਭੂਮੀ, ਆਪਣੇ ਮਾਪਿਆਂ ਪ੍ਰਤੀ ਰਹਿੰਦਾ ਏ। ਉਹ ਕਹਿੰਦੀ ਹੈ ਵੀ ਪੁੱਤ ਭਾਵੇਂ ਮੇਰੇ ਵੀਰ ਦਾ ਏ, ਮੇਰਾ ਕੀ ਲੱਗਦਾ ਏ, ਉਹ ਭਤੀਜਾ ਲੱਗਦਾ ਏ। ਪੁੱਤ ਵੀਰ ਦਾ, ਭਤੀਜਾ ਮੇਰਾ, ਮੇਰੇ ਵੀਰ ਦਾ ਪੁੱਤ ਹੈ ਉਹ, ਮੇਰਾ ਕੀ ਲੱਗਦਾ ਹੈ, ਭਤੀਜਾ। ਭੂਆ ਕਹਿ ਕੇ ਮੱਥਾ ਟੇਕਦਾ, ਵੀ ਮੈਨੂੰ ਉਹ ਕੀ ਕਹਿੰਦਾ ਏ, ਭੂਆ, ਠੀਕ ਹੈ ਨਾ। ਜੋ ਭਰਾ ਦਾ ਜੋ ਪੁੱਤਰ ਹੁੰਦਾ ਏ, ਭਤੀਜਾ ਲੱਗਦਾ, ਉਹ ਭੂਆ ਲੱਗਦੀ ਹੈ ਉਸਦੀ, ਹੈ ਨਾ। ਵੀ ਮੈਨੂੰ ਮੱਥਾ ਟੇਕਦਾ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਮੱਥਾ ਟੇਕਦਾ। ਉਹ ਖੁਸ਼ੀ ਦੇ ਵਿੱਚ ਇਸ ਨੂੰ ਗਾਉਂਦੀ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿੰਦੀਆਂ। ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿੰਦੀਆਂ। ਬੱਚੋ ਵਾੜੀਆਂ ਕਿਸ ਨੂੰ ਕਿਹਾ ਜਾਂਦਾ ਹੈ? ਵਾੜੀਆਂ ਜਿਹੜੀਆਂ ਜਿੱਥੇ ਫੁੱਲ ਉਗਾਏ ਜਾਂਦੇ ਨੇ। ਵੀ ਜਿਹੜਾ ਧਨ ਹੈ, ਜੋਬਨ ਹੈ, ਜਵਾਨੀ ਹੈ, ਇੱਕ ਤਰ੍ਹਾਂ ਨਾਲ ਫੁੱਲਾਂ ਦੀਆਂ ਵਾੜੀਆਂ ਦੀ ਤਰ੍ਹਾਂ ਹੈ ਨਾ, ਜਿਵੇਂ ਫੁੱਲ ਦੀਆਂ ਵਾੜੀਆਂ ਹੁੰਦੀਆਂ ਨੇ ਉਸ ਤਰ੍ਹਾਂ ਇਹ ਹੈ ਵੀ ਸਦਾ ਨਹੀਂ ਆਬਾਦ ਰਹਿਣੀਆਂ, ਵੀ ਇਹ ਸਦਾ ਨਹੀਂ ਆਬਾਦ ਰਹਿਣਗੀਆਂ, ਠੀਕ ਹੈ ਨਾ। ਇਹਨਾਂ ਨੇ ਇੱਕ ਨਾ ਇੱਕ ਦਿਨ ਕੀ ਹੋਣਾ, ਪਰਿਵਰਤਨ ਇਹਨਾਂ ਦੇ ਵਿੱਚ ਆ ਜਾਣਾ ਹੈ। ਜੋਬਨ ਨੇ ਵੀ ਚਲੇ ਜਾਣਾ, ਧਨ ਨੇ ਵੀ ਚਲੇ ਜਾਣਾ, ਵੀ ਇਹਨਾਂ ਨੇ ਵੀ ਚਲੇ ਹੀ ਜਾਣਾ ਹੈ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਤਿੰਨ ਰੰਗ ਨਹੀਂ ਉਹ ਲੱਭਣੇ ਹੁਸਨ ਜਵਾਨੀ ਮਾਪੇ। ਉਸ ਤਰ੍ਹਾਂ ਹੀ ਜਿਵੇਂ ਪਹਿਲਾਂ ਟੱਪੇ ਦੇ ਵਿੱਚ ਗੱਲ ਕੀਤੀ ਸੀ ਵੀ ਧਨ ਜੋਬਨ ਫੁੱਲਾਂ ਦੀਆਂ ਵਾੜੀਆਂ ਸਦਾ ਨਹੀਂ ਆਬਾਦ ਰਹਿਣੀਆਂ। ਤਿੰਨ ਰੰਗ ਨਹੀਂ ਉਹ ਲੱਭਣੇ ਹੁਸਨ ਜਵਾਨੀ ਮਾਪੇ, ਵੀ ਤਿੰਨ ਰੰਗ ਤੇਰੀ ਜ਼ਿੰਦਗੀ ਦੇ ਵਿੱਚ ਗੁਆਚੇ ਤੈਨੂੰ ਕਦੇ ਨਹੀਂ ਮਿਲ ਸਕਦੇ। ਭਾਵੇਂ ਤੇਰਾ ਹੁਸਨ ਹੈ, ਵੀ ਇੱਕ ਵਾਰ ਬੰਦਾ ਬੁੱਢਾ ਹੋ ਜਾਂਦਾ ਤਾਂ ਹੁਸਨ ਉਹਨੂੰ ਦੁਬਾਰਾ ਉਹ ਨਹੀਂ ਮਿਲ ਸਕਦਾ, ਚਾਹੇ ਉਹ ਲੱਖ ਯਤਨ ਕਰੇ। ਜਵਾਨੀ ਜੋ ਇੱਕ ਵਾਰ ਬੀਤ ਜਾਂਦੀ ਹੈ, ਜਵਾਨੀ ਕਦੀ ਵਾਪਸ ਨਹੀਂ ਆਉਂਦੀ। ਮਾਪੇ ਜੋ ਇੱਕ ਵਾਰ ਚਲੇ ਜਾਂਦੇ ਨੇ, ਕਦੇ ਮਾਪੇ ਦੁਬਾਰਾ ਨਹੀਂ ਮਿਲਦੇ। ਹੋਰ ਰਿਸ਼ਤੇ ਬਹੁਤ ਮਿਲ ਜਾਂਦੇ ਨੇ ਬੱਚਿਓ, ਮਾਂ ਪਿਓ ਦਾ ਰਿਸ਼ਤਾ ਕਦੇ ਆਪਾਂ ਨੂੰ ਨਹੀਂ ਮਿਲਦਾ ਦੁਬਾਰਾ। ਇਹ ਇਹੋ ਜਿਹਾ ਰਿਸ਼ਤਾ ਹੈ ਜੋ ਬਿਨਾਂ ਕਿਸੇ ਮਤਲਬ ਦੇ ਹੁੰਦਾ, ਬਾਕੀ ਸਾਰੇ ਰਿਸ਼ਤੇ ਮਤਲਬ ਦੇ ਨਾਲ ਹੁੰਦੇ ਨੇ। ਆਪਾਂ ਜਿਹਦਾ ਜਿੰਨਾ ਕਰਾਂਗੇ ਓਨਾ ਹੀ ਉਹ ਆਪਣਾ ਕਰਨਗੇ, ਪਰ ਇੱਕ ਮਾਂ ਬਾਪ ਨੇ ਜੋ ਆਪਣਾ ਸਿਰਫ ਕਰਦੇ ਹੀ ਨੇ। ਫਿਰ ਉਸ ਤੋਂ ਬਾਅਦ ਆ ਗਿਆ, ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੇ। ਬਹੁਤ ਹੀ ਦਰਦ ਉੱਭਰ ਕੇ ਸਾਹਮਣੇ ਆਉਂਦਾ ਹੈ ਜਦੋਂ ਇਹ ਗਾਇਆ ਜਾਂਦਾ। ਜੋ ਇੱਕ ਵਾਰ ਚੀਜ਼ ਗਵਾਚ ਗਈ, ਉਹ ਚਾਹੇ ਆਪਾਂ ਜਿੰਨਾ ਮਰਜ਼ੀ ਉਸ ਨੂੰ ਫਰੋਲ ਲਈਏ, ਲੱਭ ਲਈਏ, ਉਹ ਆਪਾਂ ਨੂੰ ਨਹੀਂ ਮਿਲਦੀ, ਕਿਉਂਕਿ ਉਹ ਆਪਣੇ ਇੱਕ ਵਾਰ ਹੱਥੋਂ ਚਲੀ ਜਾਂਦੀ ਹੈ, ਠੀਕ ਹੈ ਨਾ। ਅਤੇ ਜੋਗੀ ਐਵੇਂ ਮਿੱਟੀ ਨਾ ਫੋਲ ਗੁਆਚੇ ਹੋਏ ਲਾਲ ਨਹੀਂ ਲੱਭਣੇ, ਅਰਥਾਤ ਇੱਕ ਵਾਰੀ ਜੋ ਮਰ ਕੇ ਦੁਨੀਆ ਤੋਂ ਚਲੇ ਗਏ ਬੰਦੇ ਹਨ ਵੀ ਉਹ ਨਹੀਂ ਵਾਪਸ ਮੁੜਦੇ। ਬੱਚੋ ਬਹੁਤ ਦਰਦ ਭਰਿਆ ਹੈ। ਕਿਤੇ ਲਿਪਣੇ ਨਾ ਪੈਣ ਬਨੇਰੇ ਪੱਕਾ ਘਰ ਟੋਲੀ ਬਾਬਲਾ। ਇੱਕ ਲੜਕੀ ਆਪਣੇ ਬਾਬਲ ਨੂੰ ਕਹਿੰਦੀ ਹੈ ਵੀ ਮੈਨੂੰ ਬਨੇਰੇ ਨਾ ਲਿਪਣੇ ਪੈਣ, ਕਿਉਂਕਿ ਜੋ ਕੱਚੇ ਘਰ ਨੇ ਬੱਚੇ ਉਹਨਾਂ ਨੂੰ ਵਾਰ-ਵਾਰ ਮਿੱਟੀ ਅਤੇ ਗੋਹੇ ਦੇ ਨਾਲ ਲਿਪਿਆ ਜਾਂਦਾ ਹੈ ਨਾ, ਵੀ ਮੈਨੂੰ ਪੱਕੇ ਘਰ ਲੱਭੀ, ਵੀ ਵਾਰੀ-ਵਾਰੀ ਪੱਕੇ ਘਰਾਂ ਨੂੰ ਤਾਂ ਲਿਪਣ ਦੀ ਲੋੜ ਨਹੀਂ ਨਾ ਪੈਂਦੀ, ਅਤੇ ਵੀ ਮੈਨੂੰ ਪੱਕਾ ਘਰ ਲੱਭੀ। ਬਨੇਰੇ ਕੀ ਹੁੰਦੇ ਨੇ? ਜਿਹੜੇ ਆਪਣੇ ਘਰਾਂ ਦੇ ਆਲੇ ਦੁਆਲੇ ਹੁੰਦੇ ਨੇ ਬਨੇਰੇ, ਅਤੇ ਵੀ ਮੈਨੂੰ ਪੱਕਾ ਘਰ ਹੀ ਤੂੰ ਟੋਲੀ ਭਾਲੀ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ, ਕਿਹੜੇ ਹੌਸਲੇ ਲੰਮਾ ਤੰਦ ਪਾਵਾਂ ਪੁੱਤ ਤੇਰਾ ਵੈਲੀ ਸੱਸੀਏ। ਇੱਕ ਜੋ ਨੂੰਹ ਹੈ ਆਪਣੀ ਸੱਸ ਨੂੰ ਕਹਿੰਦੀ ਹੈ ਤੰਦ ਪਾਵਾਂ, ਮਤਲਬ ਤੰਦ ਪਾਉਣਾ, ਚਰਖੇ 'ਤੇ ਤੰਦ ਪਾਉਂਦੇ ਆ ਨਾ, ਪਹਿਲਾਂ ਚਰਖਾ ਜਿੰਨਾ ਕੁੜੀਆਂ ਕੱਤਦੀਆਂ ਸਨ, ਉਹਨਾਂ ਨੂੰ ਮੰਨਿਆ ਜਾਂਦਾ ਸੀ ਵੀ ਇਹ ਬਹੁਤ ਰਕਾਨ ਹੈ, ਬਹੁਤ ਸਿਆਣੀ ਆ। ਅਤੇ ਇਸ ਤਰ੍ਹਾਂ ਇੱਕ ਜਿਹੜੀ ਕੁੜੀ ਹੁੰਦੀ ਹੈ ਉਹ ਕਹਿੰਦੀ ਹੈ ਵੀ ਕਿਹੜੇ ਹੌਸਲੇ ਮੈਂ ਕੰਮ ਕਰਾਂ ਆਪਣੇ, ਵੀ ਤੇਰਾ ਪੁੱਤ ਵੈਲੀ ਹੈ, ਵੀ ਮੈਨੂੰ ਆਪਣੀ ਜ਼ਿੰਦਗੀ ਦਾ ਹੀ ਕੋਈ ਭਰੋਸਾ ਨਹੀਂ, ਵੀ ਮੈਂ ਨਿਰਾਸ਼ ਰਹਿਣੀ ਆ, ਵੀ ਉਹ ਨਸ਼ਿਆਂ ਦੇ ਵਿੱਚ ਲੱਗਿਆ ਹੋਇਆ, ਵੀ ਇਸ ਕਰਕੇ ਮੇਰਾ ਕੰਮ ਕਰਨ ਨੂੰ ਕੋਈ ਦਿਲ ਨਹੀਂ ਕਰਦਾ, ਠੀਕ ਹੈ ਨਾ। ਵੀ ਕਿਹੜੇ ਹੌਸਲੇ ਨਾਲ ਮੈਂ ਇੱਥੇ ਰਹਾਂ। ਅੱਗੇ ਆ ਗਿਆ ਬੱਚੋ, ਕੱਟ ਦੇ ਫਰੰਗੀਆਂ ਨਾਮਾ ਇੱਕੋ ਪੁੱਤ ਮੇਰੀ ਸੱਸ ਦਾ। ਇਹ ਉਸ ਸਮੇਂ ਨੇ ਬੱਚੋ ਜਦੋਂ ਫਿਰੰਗੀ ਕੌਣ ਹੁੰਦੇ ਸੀ? ਅੰਗਰੇਜ਼। ਤਾਂ ਉਹ ਫੌਜ ਦੇ ਵਿੱਚ ਇੱਕ ਮੁੰਡਾ ਭਰਤੀ ਹੋ ਗਿਆ, ਮੰਨ ਲਓ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਜਾ ਕੇ, ਤਾਂ ਉਹ ਕੁੜੀ ਕਹਿੰਦੀ ਹੈ ਵੀ ਕੱਟ ਦੇ ਫਰੰਗੀਆਂ ਨਾਮਾ, ਵੀ ਮੇਰੇ ਜਿਹੜਾ ਘਰ ਵਾਲੇ ਦਾ ਨਾਮ ਕੱਟ ਦੇ ਤੂੰ ਆਪਣੀ ਫੌਜ ਦੇ ਵਿੱਚੋਂ, ਵੀ ਉਹ ਵਾਪਸ ਆ ਜੇ, ਵੀ ਇੱਕੋ ਪੁੱਤ ਮੇਰੀ ਸੱਸ ਦਾ ਸਿਰਫ ਇੱਕੋ ਹੀ ਪੁੱਤਰ ਹੈ, ਠੀਕ ਹੈ ਨਾ। ਉਹ ਵਾਪਸ ਆ ਕੇ ਆਪਣੇ ਘਰ ਦੇ ਵਿੱਚ ਰਹੇ, ਵੀ ਤੂੰ ਇਸ ਦਾ ਨਾਮ ਕੱਟ ਦੇ। ਹਾੜੀ ਵੱਢੂੰਗੀ ਬਰੋਬਰ ਤੇਰੇ ਦਾਤੀ ਨੂੰ ਲਵਾ ਦੇ ਘੁੰਗਰੂ, ਠੀਕ ਹੈ ਨਾ। ਇੱਕ ਲੜਕੀ ਪਹਿਲਾਂ ਬਰਾਬਰ ਕੰਮ ਕਰਦੀ ਸੀ ਆਪਣੇ ਘਰ ਵਾਲੇ ਦੇ, ਉਹ ਕਹਿੰਦੀ ਹੈ ਵੀ ਮੈਂ ਤੇਰੇ ਬਰਾਬਰ ਹੀ ਹਾੜੀ ਵੱਢੂੰਗੀ, ਪਰ ਮੇਰੀ ਦਾਤੀ ਨੂੰ ਕੀ ਲਵਾ ਦੇ ਤੂੰ। ਦਾਤੀ ਕੀ ਹੁੰਦੀ ਹੈ ਬੱਚੋ? ਜਿਹਦੇ ਨਾਲ ਫਸਲ ਕੱਟੀ ਜਾਂਦੀ ਹੈ, ਤਿੱਖੀ ਹੁੰਦੀ ਹੈ,
ਵੀ ਮੇਰੀ ਦਾਤੀ ਨੂੰ ਕੀ ਕਰ ਦੇ ਤੂੰ ਘੁੰਗਰੂ ਲਵਾ ਦੇ। ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਕਿ ਜੋੜੀਆਂ ਜੱਗ ਥੋੜੀਆਂ, ਨਰੜ ਬਥੇਰੇ ਕਹਿ ਦਿੱਤਾ ਜਾਂਦਾ। ਬਹੁਤ ਸਾਰੀਆਂ ਕਹਾਵਤਾਂ ਨੇ ਵੀ ਜਿਨ੍ਹਾਂ ਨੇ ਚੌਲ ਪੁੰਨ ਕੀਤੇ ਨੇ, ਚਿੱਟੇ ਚੌਲ ਮਤਲਬ ਬਹੁਤ ਪੁੰਨਦਾਨ ਕੀਤਾ, ਵੀ ਉਹਨਾਂ ਦੀਆਂ ਜੋੜੀਆਂ ਵਧੀਆ ਬਣਦੀਆਂ ਨੇ। ਜੱਗ ਜਿਊਣ ਵੱਡੀਆਂ ਭਰਜਾਈਆਂ, ਪਾਣੀ ਮੰਗੋ ਦੁੱਧ ਦਿੰਦੀਆਂ। ਅਤੇ ਜਿਹੜੀਆਂ ਵੱਡੀਆਂ ਭਰਜਾਈਆਂ ਨੇ ਉਹ ਮਾਵਾਂ ਦੀਆਂ ਤਰ੍ਹਾਂ ਨੇ। ਠੀਕ ਹੈ ਨਾ। ਤਾਂ ਉਹ ਮਾਵਾਂ ਦੇ ਵਾਂਗੂ ਹੀ, ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਅਤੇ ਮਾਂ ਤੋਂ ਬੱਚਾ ਪਾਣੀ ਵੀ ਮੰਗਦਾ ਤਾਂ ਮਾਂ ਦੁੱਧ ਪਿਲਾਉਂਦੀ ਹੈ ਉਸ ਨੂੰ। ਠੀਕ ਹੈ। ਇਸ ਤਰ੍ਹਾਂ ਜੋ ਭਰਜਾਈਆਂ ਨੇ ਉਹ ਜਿਉਂਦੀਆਂ ਰਹਿਣ ਮਾਂ ਵਰਗੀਆਂ, ਵੀ ਉਹ ਪਾਣੀ ਮੰਗਣ 'ਤੇ ਵੀ ਦੁੱਧ ਦਿੰਦੀਆਂ ਨੇ। ਮਤਲਬ ਬਹੁਤ ਪਿਆਰ ਕਰਦੀਆਂ ਹਨ, ਬਹੁਤ ਮਮਤਾ ਦਿਖਾਉਂਦੀਆਂ ਹਨ। ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। ਮੁੰਡਾ ਭਾਵ ਤੇਰਾ ਵਰ ਕਮਾਈਆਂ ਕਰ ਕਰਕੇ ਥੱਕ ਗਿਆ ਹੈ, ਪਰ ਹੇ ਪਿਆਰੀ ਸਾਰਾ ਜ਼ੋਰ ਲਾ ਕੇ ਵੀ ਉਹ ਤੈਨੂੰ ਸੋਨੇ ਦੇ ਬੰਦ ਬਣਵਾ ਕੇ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਮਤਲਬ ਬੰਦ ਮਤਲਬ ਗਹਿਣੇ ਨੂੰ ਕਿਹਾ ਗਿਆ ਬੱਚੋ, ਕਿਉਂਕਿ ਇਹਨਾਂ ਕਮਾਈਆਂ ਨਾਲ ਤਾਂ ਘਰ ਦਾ ਸਧਾਰਨ ਗੁਜ਼ਾਰਾ ਹੀ ਚੱਲਦਾ ਹੈ। ਪਾਣੀ ਡੋਲ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲਕ ਗਿਆ। ਇਸ ਦੇ ਵਿੱਚ ਵੀ ਇੱਕ ਮੁਟਿਆਰ ਅਤੇ ਗੱਭਰੂ ਦੀ ਗੱਲ ਕੀਤੀ ਗਈ ਹੈ ਵੀ ਝਾਂਜਰਾਂ ਵਾਲੀ ਪਾਣੀ ਡੋਲ ਕੇ ਚਲੀ ਗਈ। ਠੀਕ ਹੈ। ਜੋ ਕੈਂਠੇ ਵਾਲਾ ਉਸਦਾ ਰੂਪ ਦੇਖਦਾ ਦੇਖਦਾ ਤਿਲਕ ਕੇ ਡਿੱਗ ਪਿਆ, ਧਿਆਨ ਨਹੀਂ ਸੀ ਦਿੱਤਾ ਮਤਲਬ ਪਾਣੀ 'ਤੇ ਉਸਨੇ। ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮੱਝ ਮਰ ਜੇ। ਇੰਝ ਵੀ ਕਹਿ ਦਿੱਤਾ ਜਾਂਦਾ ਬੱਚੋ, ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮੈਂ ਮਰ ਜੇ। ਇੱਕ ਭੈਣਾਂ ਨੂੰ ਆਪਣੇ ਭਰਾ ਦਾ ਬਹੁਤ ਪਿਆਰ ਹੁੰਦਾ ਹੈ ਨਾ। ਅਤੇ ਬੱਚੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਹੀ ਸਮਝ ਆਏ ਨੇ। ਅਤੇ ਇਕੱਲੇ ਸਮਝਣੇ ਨਹੀਂ ਆਪਾਂ, ਸਗੋਂ ਆਪਣੀ ਵਿਰਾਸਤ ਹੈ ਉਸ ਨੂੰ ਵੀ ਤੁਸੀਂ ਇਹ ਸੌਂਪਣੇ ਨੇ। ਅਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ ਇਹਨਾਂ ਨਾਲ ਸੰਬੰਧਿਤ। ਅਤੇ ਪ੍ਰਸ਼ਨ ਉੱਤਰ ਕਰਨ ਦਾ ਮਕਸਦ ਇਹੋ ਹੁੰਦਾ ਹੈ ਤਾਂ ਜੋ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਜਾਣ, ਤੁਹਾਡੇ ਵਿੱਚ ਰਚ ਮਿਚ ਜਾਣ। ਪਾਠ ਪੁਸਤਕ ਵਿੱਚੋਂ ਲੋਕ ਸਿਆਣਪ ਅਤੇ ਲੋਕ ਨੀਤੀ ਨੂੰ ਪ੍ਰਗਟਾਉਂਦੇ 3 ਟੱਪੇ ਲਿਖੋ। ਲੋਕ ਨੀਤੀ ਜੋ ਆਪਾਂ ਨੂੰ ਸਮਝਾਉਣ ਵਾਲੇ ਟੱਪੇ ਸੀ ਨਾ ਬੱਚੋ, ਰਿਸ਼ਤੇ ਵਾਲੇ ਨਹੀਂ ਸੀ, ਸਮਝਾਉਣ ਵਾਲੇ ਸੀ। ਉਹ ਕਿਹੜੇ ਸਨ? ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਇਹ ਵੀ ਸੀਗਾ ਨਾ ਵੀ ਕਿੱਕਰਾਂ ਤੂੰ ਬੀਜ ਬੀਜਦਾ, ਮਾੜੇ ਕੰਮ ਕਰਦਾ, ਵੀ ਤੂੰ ਬਜੌਰ ਦੀਆਂ ਦਾਖਾਂ ਕਿੱਥੋਂ ਭਾਲਦਾ ਮੇਵੇ, ਹੈ ਨਾ। ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਵੀ ਰੱਬ ਦੀ ਦਰਗਾਹ ਦੇ ਵਿੱਚ ਸਿਰਫ ਅਮਲਾਂ ਦੇ ਚੰਗੇ ਕੰਮਾਂ ਦੇ ਨਿਬੇੜੇ ਹੋਣਗੇ, ਵੀ ਉੱਥੇ ਕੋਈ ਜਾਤ ਨਹੀਂ ਪੁੱਛਦਾ। 3 ਰੰਗ ਨਹੀਂ ਉਹ ਲੱਭਣੇ, ਹੁਸਨ ਜਵਾਨੀ ਮਾਪੇ। ਠੀਕ ਹੈ ਨਾ। ਵੀ ਤੇਰੀ ਜ਼ਿੰਦਗੀ ਦੇ 3 ਸੁਨਹਿਰੀ ਰੰਗ ਤੈਨੂੰ ਮੁੜ ਕੇ ਨਹੀਂ ਲੱਭਣਗੇ। ਕਿਹੜੇ? ਹੁਸਨ ਜਵਾਨੀ ਅਤੇ ਮਾਪੇ। ਉਸ ਤੋਂ ਬਾਅਦ ਪਾਠ ਪੁਸਤਕ ਵਿੱਚ ਦਿੱਤੇ ਕਿੰਨਾਂ ਟੱਪਿਆਂ ਵਿੱਚ ਮਨੁੱਖੀ ਜ਼ਿੰਦਗੀ ਵਿੱਚ ਰੂਪ ਅਤੇ ਰੰਗ ਬਾਰੇ ਕੀ ਭਾਵ ਪ੍ਰਗਟ ਹੋਏ ਹਨ, ਉਦਾਹਰਨਾਂ ਸਹਿਤ ਦੱਸੋ। ਮੁਟਿਆਰ ਦਾ ਰੂਪ ਹਰ ਇੱਕ ਨੂੰ ਆਪਣੇ ਵੱਲ ਖਿੱਚਦਾ ਹੈ। ਉਂਝ ਯਥਾਰਥਕ ਜੀਵਨ ਵਿੱਚ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਸਗੋਂ ਅਕਲਾਂ ਦੇ ਹੀ ਮੁੱਲ ਪੈਂਦੇ ਹਨ। ਪੰਜਾਬੀ ਦੇ ਕਿੰਨਾਂ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ। ਇਹ ਵੀ ਦੱਸੋ ਕਿ ਕਿਹੜੇ ਰਿਸ਼ਤੇ ਇਹਨਾਂ ਟੱਪਿਆਂ ਵਿੱਚ ਵਿਸ਼ਾ ਬਣੇ ਹਨ। ਠੀਕ ਹੈ ਨਾ। ਵੀ ਮਨੁੱਖੀ ਰਿਸ਼ਤੇ ਲਈ ਕਿਹੜੇ ਆਏ ਨੇ ਟੱਪੇ। ਇੱਕ ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਜੀ ਵੀਰ ਨਾ। ਮਤਲਬ ਵੀਰ ਅਤੇ ਭੈਣ ਦਾ ਜ਼ਿਕਰ ਆਇਆ ਇਹਦੇ ਵਿੱਚ। ਉਸ ਤੋਂ ਬਾਅਦ ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ। ਇਸ ਦੇ ਵਿੱਚ ਵੀ ਭੈਣ ਭਰਾ ਦਾ ਜ਼ਿਕਰ ਆਇਆ। ਫਿਰ ਆ ਗਿਆ ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਠੀਕ ਹੈ। ਅਤੇ ਮਾਵਾਂ ਨੂੰ ਪੁੱਤ ਐ ਮਿਲਦੇ ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ, ਮਾਂ ਪੁੱਤਰ ਦਾ ਜ਼ਿਕਰ ਆਇਆ। ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। ਇਸ ਦੇ ਵਿੱਚ ਭੂਆ ਭਤੀਜੇ ਦੀ ਗੱਲ ਆਈ ਹੈ। ਅਤੇ ਉਸ ਤੋਂ ਬਾਅਦ ਆ ਗਿਆ ਕਿਹੜੇ ਹੌਸਲੇ ਲੰਮਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ, ਨੂੰਹ ਸੱਸ ਦੀ ਗੱਲ ਆਈ ਹੈ। ਅਤੇ ਘਰ ਵਾਲੇ ਦਾ ਜ਼ਿਕਰ ਆਇਆ ਇਸ ਦੇ ਵਿੱਚ। ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ। ਇਸ ਦੇ ਵਿੱਚ ਵੀ ਪਤੀ ਪਤਨੀ ਅਤੇ ਸੱਸ ਦਾ ਜ਼ਿਕਰ ਆਇਆ। ਫਿਰ ਉਸ ਤੋਂ ਬਾਅਦ ਜੱਗ ਜਿਊਣ ਵੱਡੀਆਂ ਭਰਜਾਈਆਂ, ਪਾਣੀ ਮੰਗੋ ਦੁੱਧ ਦਿੰਦੀਆਂ। ਦਿਓਰ ਭਰਜਾਈ ਦੀ ਗੱਲ ਆਈ ਹੈ।
ਤਾਂ ਫਿਰ ਉਸ ਤੋਂ ਬਾਅਦ ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। ਮਤਲਬ ਇਸ ਦੇ ਵਿੱਚ ਇੱਕ ਪਤੀ ਪਤਨੀ ਦੀ ਗੱਲ ਆਈ ਆ। ਸੋ ਇਸ ਤਰ੍ਹਾਂ ਦੇਖਿਆ ਬੱਚਿਓ ਵੀ ਕਿੰਨੇ ਸਾਰੇ ਰਿਸ਼ਤੇ ਨੇ। ਅਤੇ ਜਿਵੇਂ ਇੱਕ ਹੈ, ਕਿਤੇ ਲਿਪਣੇ ਨਾ ਪੈਣ ਬਨੇਰੇ, ਪੱਕਾ ਘਰ ਟੋਲੀ ਬਾਬਲਾ। ਇਸ ਤਰ੍ਹਾਂ ਮਾਂ ਪੁੱਤ, ਬਾਬਲ ਧੀ, ਵੀਰ ਭੈਣ, ਦਿਓਰ ਭਰਜਾਈ, ਸੱਸ ਨੂੰ, ਪਤੀ ਪਤਨੀ ਆਦਿ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਇਹਨਾਂ ਦੇ ਵਿੱਚ। ਪਾਠ ਪੁਸਤਕ ਵਿੱਚ ਦਿੱਤੇ ਕਿਹੜੇ ਟੱਪਿਆਂ ਵਿੱਚ ਜੀਵਨ ਦਾ ਆਰਥਿਕ ਪੱਖ ਝਲਕਿਆ ਹੈ? ਪਾਠ ਪੁਸਤਕ ਦੇ ਵਿੱਚ ਕਾਫੀ ਸਾਰੇ ਟੱਪੇ ਹਨ ਬੱਚੇ ਜਿਨ੍ਹਾਂ ਦੇ ਵਿੱਚ ਆਰਥਿਕ ਪੱਖ ਝਲਕਿਆ ਹੈ। ਜਿਵੇਂ ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ, ਜੱਗ ਜਿਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾ ਦੁੱਧ ਦਿੰਦੀਆਂ। ਇਸ ਟੱਪੇ ਵਿੱਚ ਕਿਹੜੇ ਭਾਵ ਪ੍ਰਗਟ ਹੋਏ ਹਨ? ਇਸ ਟੱਪੇ ਵਿੱਚ ਭਰਜਾਈਆਂ ਦੇ ਦਿਓਰ ਨਾਲ ਪਿਆਰ ਮਮਤਾ ਦੇ ਭਾਵ ਪ੍ਰਗਟ ਹੋਏ ਹਨ। ਨਹੀਂਓ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ। ਇਸ ਟੱਪੇ ਵਿੱਚ ਆਏ ਭਾਵ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਇਸ ਦੇ ਵਿੱਚ ਇੱਕ ਇਨਸਾਨ ਨੂੰ ਇਹ ਕਿਹਾ ਗਿਆ ਕਿ ਮਰ ਗਏ ਜੋ ਰਿਸ਼ਤੇ ਹਨ, ਜੋ ਤੇਰੇ ਆਪਣੇ ਸਾਕ ਸੰਬੰਧੀ ਹਨ, ਉਹ ਤੈਨੂੰ ਮੁੜ ਕੇ ਨਹੀਂ ਲੱਭਦੇ। ਇਸ ਕਰਕੇ ਤੈਨੂੰ ਰੋਣਾ ਨਹੀਂ ਚਾਹੀਦਾ ਹੈ। ਵੀ ਜਿਸ ਤਰ੍ਹਾਂ ਜੋਗੀ ਮਿੱਟੀ ਫਰੋਲਦਾ ਏ, ਲਾਲ ਜੋ ਇੱਕ ਵਾਰ ਗਵਾਚ ਜਾਂਦੇ ਨੇ ਮੁੜ ਕੇ ਨਹੀਂ ਲੱਭਦੇ। ਆਪਣੀ ਪਾਠ ਪੁਸਤਕ ਵਿੱਚੋਂ ਆਪਣੀ ਮਨਪਸੰਦ ਦੇ 3 ਟੱਪੇ ਲਿਖੋ ਬੱਚੋ ਜੋ ਤੁਹਾਨੂੰ ਪਸੰਦ ਨੇ। ਜਿਵੇਂ ਤੇਰੇ ਦਿਲ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ 'ਤੇ। ਮਤਲਬ ਆਪਣੀ ਪਸੰਦ ਦੇ ਵੀ ਤੇਰੇ ਦਿਲ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ 'ਤੇ। ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ। ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਸੋ ਬੱਚਿਓ ਇਹ ਸਨ ਟੱਪਿਆਂ ਦੇ ਪ੍ਰਸ਼ਨ ਉੱਤਰ। ਅਤੇ ਹੁਣ ਆਪਾਂ ਕੁਝ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੂੰ ਕਿਹੜੇ ਰੰਗਾਂ ਵਿੱਚ ਖੇਡੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਇਸ ਦੇ ਵਿੱਚ ਕਿਸ ਨੂੰ ਕਿਹਾ ਗਿਆ? ਇਹ ਪਰਮਾਤਮਾ ਨੂੰ। ਤੇਰੇ ਦਿਲ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ 'ਤੇ। ਕੀ ਗੱਲ ਕੀਤੀ ਗਈ ਇਹਦੇ ਵਿੱਚ ਬੱਚੋ? ਵਿਅੰਗ ਕੀਤਾ ਗਿਆ ਪਾਖੰਡ ਭਰੇ ਜੀਵਨ 'ਤੇ। ਠੀਕ ਹੈ। ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਇੱਥੇ ਕੀ ਕਿਹਾ ਗਿਆ? ਨੇਕ ਕੰਮ ਕਰਨ ਲਈ। ਬਜੌਰ ਦੀਆਂ ਦਾਖਾਂ ਕਿਸ ਨੂੰ ਨਹੀਂ ਮਿਲ ਰਹੀਆਂ? ਜੋ ਕਿੱਕਰਾਂ ਦੇ ਬੀਜ ਬੀਜਦੇ ਹਨ, ਮਤਲਬ ਚੰਗੇ ਕੰਮ ਨਹੀਂ ਕਰਦੇ। ਟੱਪਿਆਂ ਵਿੱਚ ਗੋਰੇ ਰੰਗ ਅਤੇ ਅਕਲ ਵਿੱਚੋਂ ਕਿਸ ਨੂੰ ਮੁੱਲਵਾਨ ਦੱਸਿਆ ਗਿਆ? ਅਕਲ ਨੂੰ। ਉਸ ਤੋਂ ਬਾਅਦ ਆ ਗਿਆ ਬੱਚੋ ਟੱਪਿਆਂ ਅਨੁਸਾਰ ਚਰਖੇ ਦੀ ਘੂਕ ਸੁਣ ਕੇ ਪਹਾੜੋਂ ਕੌਣ ਉੱਤਰ ਆਇਆ? ਜੋਗੀ। ਟੱਪਿਆਂ ਵਿੱਚ ਭੈਣ ਦਾ ਸਾਕ ਕਿਹੋ ਜਿਹਾ ਹੈ? ਬਹੁਤ ਬਹੁਤ ਸੁੰਦਰ, ਬੇਮਿਸਾਲ, ਲਾਸਾਨੀ, ਜਿਸ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਟੱਪਿਆਂ ਵਿੱਚ ਭੈਣ ਕਿਸ ਦੀ ਬਹਾਦਰੀ ਤੇ ਗੁਣਾਂ ਦਾ ਜ਼ਿਕਰ ਕਰਦੀ ਹੈ? ਭਰਾ ਦੇ। ਟੱਪਿਆਂ ਵਿੱਚ ਕਿਹੜੇ ਅਜਿਹੇ 3 ਰੰਗ ਦੱਸੇ ਹਨ ਜੋ ਗੁਆਚਣ 'ਤੇ ਨਹੀਂ ਮਿਲਦੇ? ਹੁਸਨ, ਜਵਾਨੀ ਤੇ ਮਾਪੇ। ਟੱਪਿਆਂ ਵਿੱਚ ਧੀ ਬਾਬਲ ਨੂੰ ਕਿਹੋ ਜਿਹਾ ਘਰ ਲੱਭਣ ਲਈ ਕਹਿੰਦੀ ਹੈ? ਪੱਕਾ। ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ। ਸੱਸ ਦਾ ਪੁੱਤ ਕਿੱਥੇ ਹੈ? ਫੌਜ ਵਿੱਚ, ਫਰੰਗੀਆਂ ਦੀ ਫੌਜ ਵਿੱਚ। ਟੱਪਿਆਂ ਅਨੁਸਾਰ ਜਿਨ੍ਹਾਂ ਦੀਆਂ ਜੋੜੀਆਂ ਬਾਬਲ ਨੂੰ ਕਿਹੋ ਜਿਹਾ ਵਰ ਲੱਭਣ ਨੂੰ ਕਹਿੰਦੀਆਂ ਹਨ, ਉਹਨਾਂ ਨੇ ਕੀ ਪੁੰਨ ਕੀਤੇ ਹੁੰਦੇ ਹਨ? ਚਿੱਟੇ ਚੌਲ। ਜੱਗ ਜਿਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾ ਦੁੱਧ ਦਿੰਦੀਆਂ। ਇਸ ਟੱਪੇ ਵਿੱਚ ਕਿਹੜੇ ਮਨੁੱਖੀ ਰਿਸ਼ਤੇ ਦੀ ਮਹਿਮਾ ਹੈ? ਵੱਡੀਆਂ ਭਰਜਾਈਆਂ ਦੀ। ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੇ। ਇਸ ਟੱਪੇ ਵਿੱਚੋਂ ਪੰਜਾਬੀ ਜੀਵਨ ਦੇ ਆਰਥਿਕ ਪੱਖ ਦੀ ਕਿਹੋ ਜਿਹੀ ਝਲਕ ਮਿਲਦੀ ਹੈ? ਮੰਦੀ। ਸੋ ਇਹ ਸਨ ਬੱਚਿਓ ਟੱਪੇ, ਉਹਨਾਂ ਦੀ ਵਿਆਖਿਆ, ਸੰਖੇਪ ਅਤੇ ਵਿਸਥਾਰਪੂਰਵਕ ਪ੍ਰਸ਼ਨ ਉੱਤਰ। ਸੋ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਇਹਨਾਂ ਨੂੰ ਬੜੇ ਹੀ ਚੰਗੇ ਢੰਗ ਨਾਲ ਸੁਣਿਆ ਹੋਏਗਾ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਵਿਰਸੇ ਦੀ ਸਾਂਭ ਸੰਭਾਲ ਕਰੋਗੇ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਨੂੰ ਹੋਰ ਵੀ ਅਮੀਰ ਬਣਾ ਕੇ ਸੌਂਪੋਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।